ਕਾਟ ਦਾਣਾ। ਕਰ ਮਿਹਰਮਤ ਸਾਈਂ, ਕਿਰਪਾ ਕੀਜੈ ਸਾ ਮਤ ਦੀਜੈ। ਆਠ ਪਹਿਰ ਤੁਧ ਧਿਆਈ, ਧੰਨ ਵਾਹਿਗੁਰੂ ਸਾਹਿਬ ਜੀਓ। ਰਾਗ ਗੌੜੀ ਚੇਤੀ, ਮਹਿਲਾ ਪੰਜਵਾ। ਦੋਪਦੇ ਇਕ ਓੰਕਾਰ ਸਤ ਗੁਰ ਪ੍ਰਸਾਦ। ਰਾਮ ਕੋ ਬਲ ਪੂਰਨ ਪਾਈ, ਤਾਤੇ ਬ੍ਰਿਥਾ ਨ ਵਿਆਪੈ ਕਾਈ। ਰਾਮ ਕੋ ਬਲ ਪੂਰਨ ਪਾਈ, ਤਾਤੇ ਬ੍ਰਿਥਾ ਨ ਵਿਆਪੈ ਕਾਈ। ਰਹਾਉ ਜੋ ਜੋ ਚਿਤਵੈ ਦਾਸ ਹਰ ਮਾਈ, ਸੋ ਸੋ ਕਰਤਾ ਆਪ ਕਰਾਈ। ਨਿੰਦਕ ਕੀ ਪ੍ਰਭ ਪਤ ਗਵਾਈ, ਨਾਨਕ ਹਰ ਗੁਣ ਨਿਰਭਉ ਗਾਈ। ਨਿੰਦਕ ਕੀ ਪ੍ਰਭ ਪਤ ਗਵਾਈ, ਨਾਨਕ ਹਰ ਗੁਣ ਨਿਰਭਉ ਗਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਵਿੱਚ ਜੁੜ ਕਰਕੇ ਬੈਠੇ ਅਤੇ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਆਪਣੇ ਘਰਾਂ ਵਿੱਚ ਬੈਠ ਕਰਕੇ ਫਤਿਹ ਟੀਵੀ ਦੇ ਮਾਧਿਅਮ ਦੇ ਰਾਹੀਂ ਪਾਵਨ ਅਸਥਾਨ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਫਤਿਹ ਨਗਰ ਨਵੀਂ ਦਿੱਲੀ ਤੋਂ ਸਿੱਧੇ ਪ੍ਰਸਾਰਨ ਦੇ ਰਾਹੀਂ ਪਾਵਨ ਬਾਣੀ ਦਾ ਕੀਰਤਨ ਸਰਵਨ ਕਰ ਰਹੇ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਅਤਿਅੰਤ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਹਜ਼ੂਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜੁੜ ਰਹੇ ਹੋ। ਆਓ ਸਾਧ ਸੰਗਤ ਜਿੱਥੇ ਪਾਵਨ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਨ ਕੀਤਾ ਹੈ, ਕੁਝ ਸਮਾਂ ਲੜੀਵਾਰ ਗੁਰਬਾਣੀ ਦੀ ਚੱਲ ਰਹੀ ਵਿਚਾਰ ਦੇ ਨਾਲ ਆਪਣੀਆਂ ਮਨ ਬਿਰਤੀਆਂ ਨੂੰ ਜੋੜਨ ਦਾ ਯਤਨ ਕਰੀਏ। ਅੱਜ ਦਾ ਵਿਚਾਰ ਅਧੀਨ ਸ਼ਬਦ ਇਸ ਦੀ ਵਿਚਾਰ ਸਾਂਝੀ ਕਰਨ ਤੋਂ ਪਹਿਲਾਂ ਜਿੱਥੋਂ ਤੱਕ ਵੀ ਆਵਾਜ਼ ਜਾ ਰਹੀ ਹੈ, ਆਪ ਸਮੁੱਚੀਆਂ ਸੰਗਤਾਂ ਕਰੋ ਕਿਰਪਾ। ਦਾਸ ਨੂੰ ਅਸੀਸ ਬਖਸ਼ਦਿਆਂ ਹੋਇਆਂ
ਗੁਰੂ ਚਰਨਾਂ ਵਿੱਚ ਆਪਣਾ ਸੀਸ ਝੁਕਾ ਕੇ ਰਸਨਾ ਦੀ ਪਵਿੱਤਰਤਾ ਵਾਸਤੇ ਸਾਰੇ ਹੀ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ। ਜਿਸ ਸ਼ਬਦ ਦੀ ਅੱਜ ਵਿਚਾਰ ਆਪ ਜੀ ਨਾਲ ਸਾਂਝੀ ਕਰਨੀ ਹੈ, ਇਹ ਪਵਿੱਤਰ ਸ਼ਬਦ ਗੌੜੀ ਰਾਗ ਦੇ ਅੰਦਰ ਦਰਜ ਹੈ। ਗੌੜੀ ਰਾਗ ਦੀਆਂ ਸੰਪਰਦਾਇ ਵਿਦਵਾਨਾਂ ਵੱਲੋਂ 9 ਕਿਸਮਾਂ ਮੰਨੀਆਂ ਗਈਆਂ ਨੇ, ਪਰ ਬਹੁਤੇ ਵਿਦਵਾਨਾਂ ਨੇ ਗੌੜੀ ਦੀਆਂ 12 ਕਿਸਮਾਂ ਮੰਨੀਆਂ ਨੇ। ਜਿਸ ਤਰ੍ਹਾਂ ਗੌੜੀ ਬਿਰਾਗਣ ਹੈ, ਗੌੜੀ ਪੂਰਬੀ ਦੀਪਕੀ ਹੈ, ਗੌੜੀ ਮਾਲਵਾ ਹੈ। ਇਸੇ ਤਰ੍ਹਾਂ ਜਿਹੜਾ ਅੱਜ ਇਹ ਸ਼ਬਦ ਆਰੰਭ ਹੋਇਆ ਹੈ, ਇਹ ਸ਼ਬਦ ਗੌੜੀ ਚੇਤੀ ਦੇ ਅੰਦਰ ਦਰਜ ਹੈ। ਰਾਗ ਗੌੜੀ ਚੇਤੀ ਮਹਿਲਾ ਪੰਜਵਾਂ ਪੰਚਮ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ, 2 ਪਦੇ। ਇਹ ਸ਼ਬਦ ਜਿਹੜਾ ਹੈ 2 ਪਦਿਆਂ ਵਾਲਾ ਸ਼ਬਦ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੂਲ ਮੰਤਰ ਸੰਖੇਪ ਰੂਪ ਦੇ ਵਿੱਚ ਹਜੂਰ ਨੇ ਇੱਥੇ ਦਰਜ ਕੀਤਾ ਹੈ, ਅਕਾਲ ਪੁਰਖ ਪਰਮੇਸ਼ਰ ਇੱਕ ਹੈ, ਸਰਬ ਵਿਆਪਕ ਹੈ। ਉਹਦਾ ਨਾਮ ਸਦੀਵੀ ਹੋਂਦ ਵਾਲਾ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਉਹ ਮਿਲਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ 202 ਅੰਗ ਦੇ ਉੱਪਰ ਇਹ ਬਚਨ ਸੁਭਾਏਮਾਨ ਨੇ। ਸ਼ਬਦ ਦਾ ਪਹਿਲਾ ਬੰਦ ਜੋ ਹੈ ਉਹ ਰਹਾਉ ਵਾਲਾ, ਇਹਦੇ ਅੰਦਰ ਹਜੂਰ ਕਿਰਪਾ ਕਰ ਰਹੇ ਨੇ। ਰਾਮ ਕੋ ਬਲ ਪੂਰਨ ਭਾਈ, ਤਾਤੇ ਬ੍ਰਿਥਾ ਨਾ ਵਿਆਪੈ ਕਾਈ। ਰਹਾਉ, ਹਜੂਰ ਨੇ ਕਿਰਪਾ ਕੀਤੀ, ਵਾਹਿਗੁਰੂ ਪਰਮੇਸ਼ਰ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਸਾਜਣ ਵਾਲਾ ਹੈ। ਰਾਮ ਕੋ ਬਲ, ਰਾਮ ਦਾ ਅਰਥ ਹੈ ਸਾਰੀ ਸੰਸਾਰ ਦੇ ਅੰਦਰ ਰਮਿਆ ਹੋਇਆ। ਬਲ ਕਹਿੰਦੇ ਨੇ ਸੱਤਾ ਨੂੰ, ਤਾਕਤ ਨੂੰ, ਹੁਕਮ ਨੂੰ। ਕਹਿੰਦੇ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਜਿਹੜਾ ਹੈ ਸਾਰੀ ਸ੍ਰਿਸ਼ਟੀ ਤੇ ਲਾਗੂ ਹੁੰਦਾ ਹੈ। ਹਰ ਥਾਂ ਤੇ ਉਹਦਾ ਹੁਕਮ ਵਰਤ ਰਿਹਾ। ਦੁਨੀਆ ਦੇ ਵਿੱਚ ਬਹੁਤ ਵੱਡੇ ਵੱਡੇ ਬਾਦਸ਼ਾਹ ਹੋਏ ਨੇ, ਉਹਨਾਂ ਦਾ ਹੁਕਮ ਕਿਸੇ ਇੱਕ ਖਾਸ ਖਿੱਤੇ ਦੇ ਵਿੱਚ ਲਾਗੂ ਹੁੰਦਾ ਹੈ, ਕੋਈ ਖਾਸ ਏਰੀਆ ਹੈ। ਉਸ ਤੋਂ ਬਾਹਰ ਉਹਨਾਂ ਦਾ ਹੁਕਮ ਕੋਈ ਵੀ ਨਹੀਂ ਮੰਨਦਾ। ਪਰ ਮਹਾਰਾਜ ਕਹਿਣ ਲੱਗੇ ਵਾਹਿਗੁਰੂ ਪਰਮੇਸ਼ਰ ਉਹਦਾ ਹੁਕਮ ਸਾਰੇ ਬ੍ਰਹਿਮੰਡ ਦੇ ਵਿੱਚ ਵਰਤ ਰਿਹਾ ਹੈ। ਸਾਰੇ ਜੀਵ ਉਹਦਾ ਹੁਕਮ ਮੰਨ ਰਹੇ ਨੇ, ਕੋਈ ਵੀ ਉਹਦੇ ਹੁਕਮ ਤੋਂ ਬਾਹਰ ਨਹੀਂ। ਉਹਦਾ ਬਲ, ਉਹਦੀ ਤਾਕਤ, ਉਹਦੀ ਸੱਤਾ ਹਰ ਥਾਂ ਤੇ ਹੈ। ਦੁਨੀਆ ਦੇ ਵਿੱਚ ਹਰ ਇੱਕ ਚੀਜ਼ ਜਿਹੜੀ ਬਣੀ ਹੋਈ ਹੈ, ਉਹਦੀ ਪਾਵਰ ਜਿਹੜੀ ਨਿਸ਼ਚਿਤ ਹੈ। ਜਿੰਨੀ ਪਾਵਰ ਲਿਖੀ ਹੋਈ ਹੈ ਉਸ ਤੋਂ ਵੱਧ ਕੇ ਉਹਦੇ ਵਿੱਚ ਕੋਈ ਤਾਕਤ ਜ਼ੋਰ ਹੋ ਨਹੀਂ ਸਕਦਾ। ਜਿਵੇਂ ਆਪਾਂ ਮੋਟਰਾਂ ਦੇ, ਕਾਰਾਂ ਦੇ ਉੱਪਰ, ਟਰੈਕਟਰਾਂ ਦੇ ਉੱਪਰ ਉਹਨਾਂ ਦੀ ਹਾਰਸ ਪਾਵਰ ਜਿਹੜੀ ਹੈ ਉਹ ਲਿਖੀ ਹੋਈ ਵੇਖਦੇ ਆ। ਕੋਈ ਟਰੈਕਟਰ 50 ਹਾਰਸ ਪਾਵਰ ਦਾ ਹੈ, ਕੋਈ 60 ਹਾਰਸ ਪਾਵਰ ਦਾ, ਕੋਈ 100 ਹਾਰਸ ਪਾਵਰ ਦਾ। ਹੁਣ ਜਿੰਨੀ ਪਾਵਰ ਲਿਖ ਦਿੱਤੀ ਉਸ ਤੋਂ ਵੱਧ ਕੇ ਉਹ ਕੰਮ ਨਹੀਂ ਕਰ ਸਕਦਾ, ਉਸ ਤੋਂ ਵੱਧ ਕੇ ਉਹ ਲੋਡ ਨਹੀਂ ਖਿੱਚ ਸਕਦਾ। ਹਰ ਇੱਕ ਚੀਜ਼ ਦੀ ਪਾਵਰ ਹੈ, ਮਨੁੱਖ ਦੀ ਵੀ ਕੋਈ ਤਾਕਤ ਦੀ ਸੀਮਾ ਹੈ। ਪਰ ਵਾਹਿਗੁਰੂ ਪਰਮੇਸ਼ਰ ਦਾ ਬਲ ਜਿਹੜਾ ਹੈ ਪੂਰਨ ਭਾਈ ਸਾਰਿਆਂ ਥਾਵਾਂ ਤੇ ਵਰਤ ਰਿਹਾ ਹੈ ਅਤੇ ਉਸ ਬਲ ਦੀ ਕੋਈ ਵੀ ਸੀਮਾ ਨਹੀਂ, ਕੋਈ ਵੀ ਸੀਮਾ ਨਹੀਂ ਹੈ। ਜੇ ਇਹਦਾ ਜ਼ਿਕਰ ਵੇਖਣਾ ਹੋਵੇ, ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨੂੰ ਪੜ੍ਹੀਏ। ਭਗਤ ਕਬੀਰ ਸਾਹਿਬ ਨੇ
ਵਾਹਿਗੁਰੂ ਦੇ ਬਲ ਦੀ, ਤਾਕਤ ਦੀ, ਉਹਦੇ ਹੁਕਮ ਦੀ ਗੱਲ ਕੀਤੀ ਕਿ ਕਿਵੇਂ ਉਹਦਾ ਹੁਕਮ ਵਰਤਦਾ ਹੈ। ਭਗਤ ਕਬੀਰ ਸਾਹਿਬ ਦੇ ਪਾਵਨ ਬਚਨ ਨੇ, ਰਾਜਾ ਸ਼ਰਮ ਮਿਤ ਨਹੀਂ ਜਾਨੀ ਤੇਰੀ, ਤੇਰੇ ਸੰਤਨ ਕੀ ਹੋਂ ਚੇਰੀ। ਮਿਤ ਕਹਿੰਦੇ ਨੇ ਅੰਦਾਜ਼ਾ ਲਾਉਣਾ, ਮਿਣਤੀ ਕਰ ਲੈਣੀ। ਹੇ ਵਾਹਿਗੁਰੂ, ਤੇਰਾ ਬਲ, ਤੇਰੀ ਤਾਕਤ ਅਸੀਂ ਕੋਈ ਅੰਦਾਜ਼ਾ ਹੀ ਨਹੀਂ ਲਾ ਸਕਦੇ। ਤੂੰ ਕਿੰਨੀ ਕੁ ਤਾਕਤ ਦਾ ਮਾਲਕ ਹੈ, ਕਿੰਨਾ ਕੁ ਬਲ ਹੈ ਤੇਰੇ ਅੰਦਰ, ਕਿੰਨੀ ਕੁ ਸਮਰੱਥਾ ਹੈ ਤੇਰੀ, ਅਸੀਂ ਅੰਦਾਜ਼ਾ ਨਹੀਂ ਲਾ ਸਕਦੇ। ਰਾਜਾ ਸ਼ਰਮ ਮਿਤ ਨਹੀਂ ਜਾਨੀ ਤੇਰੀ, ਤੇਰੇ ਸੰਤਨ ਕੀ ਹੋਂ ਚੇਰੀ। ਕਹਿਣ ਲੱਗੇ ਵਾਹਿਗੁਰੂ, ਮੈਂ ਤਾਂ ਤੇਰੇ ਜਿਹੜੇ ਸੇਵਕ ਨੇ, ਬੰਦਗੀ ਕਰਨ ਵਾਲੇ, ਮੈਂ ਉਹਨਾਂ ਦੀ ਚੇਰੀ ਹਾਂ, ਉਹਨਾਂ ਦੀ ਵੀ ਸੇਵਾਦਾਰ ਹਾਂ। ਮੈਂ ਤੇਰੀ ਤਾਕਤ ਦਾ ਅੰਦਾਜ਼ਾ ਨਹੀਂ ਲਾ ਸਕਦੀ। ਤੇ ਫਿਰ ਭਗਤ ਕਬੀਰ ਸਾਹਿਬ ਜੀ ਨੇ ਪਰਮੇਸ਼ਰ ਦੀ ਵਡਿਆਈ ਕਰਦਿਆਂ ਹੋਇਆਂ ਉਹਦੀ ਤਾਕਤ ਦੇ ਕੁਝ ਨਮੂਨੇ ਜਿਹੜੇ ਨੇ ਸਾਡੇ ਸਾਹਮਣੇ ਰੱਖੇ, ਵੀ ਉਹਦੀ ਤਾਕਤ ਕਿੰਨੀ ਕੁ ਹੈ, ਪਰਮੇਸ਼ਰ ਦੇ ਅੰਦਰ ਬਲ ਕਿੰਨਾ ਹੈ, ਕੀ ਕੁਝ ਕਰ ਸਕਦਾ ਹੈ। ਕੁਝ ਉਦਾਹਰਨਾਂ ਦੇ ਕੇ ਭਗਤ ਕਬੀਰ ਸਾਹਿਬ ਨੇ ਵਾਹਿਗੁਰੂ ਦੀ ਵਡਿਆਈ ਕੀਤੀ। ਭਗਤ ਕਬੀਰ ਸਾਹਿਬ ਕਹਿਣ ਲੱਗੇ, ਹਸਤੋ ਜਾਵੇ ਸੋ ਰੋਵਤ ਆਏ, ਰੋਵਤ ਜਾਏ ਸੋ ਹੱਸੈ। ਕਹਿੰਦੇ ਜਿਹੜਾ ਬੰਦਾ ਹੁਣ ਹੱਸਦਾ ਹੋਇਆ ਆ ਰਿਹਾ ਸੀ, ਉਹ ਰੋਂਦਾ ਹੋਇਆ ਜਾ ਰਿਹਾ, ਤੇ ਜਿਹੜਾ ਹੁਣੇ ਰੋਂਦਾ ਹੋਇਆ ਆ ਰਿਹਾ ਸੀ, ਉਹ ਹੱਸਦਾ ਹੋਇਆ ਜਾ ਰਿਹਾ। ਇਹ ਸਾਰੀ ਖੇਡ ਜਿਹੜੀ ਹੈ ਵਾਹਿਗੁਰੂ ਦੇ ਹੱਥ ਵਿੱਚ ਹੈ। ਹੱਸਦੇ ਨੂੰ ਰਵਾ ਸਕਦਾ ਹੈ, ਰੋਂਦੇ ਨੂੰ ਪਲਾਂ ਦੇ ਵਿੱਚ ਹਸਾ ਸਕਦਾ ਹੈ। ਹਸਤੋ ਜਾਏ ਸੋ ਰੋਵਤ ਆਵੇ, ਰੋਵਤ ਜਾਏ ਸੋ ਹੱਸੈ। ਬਸਤੋ ਹੋਏ ਹੋਏ ਸੋ ਊਜਰ, ਊਜਰ ਹੋਏ ਸੋ ਬਸੈ। ਕਹਿੰਦੇ ਜਿਹੜਾ ਉਜੜਿਆ ਹੋਇਆ ਸੀ ਨਾ, ਉਹਨੂੰ ਪਲਾਂ ਦੇ ਵਿੱਚ ਵਸਾ ਦਿੱਤਾ। ਪਲਾਂ ਦੇ ਵਿੱਚ ਹੀ ਉਜੜੇ ਹੋਏ ਨੂੰ ਵਸਾਉਣ ਦੀ ਸਮਰੱਥਾ ਰੱਖਦਾ ਏ, ਤੇ ਵਸਿਆ ਹੋਇਆਂ ਨੂੰ ਪਲਾਂ ਵਿੱਚ ਉਜਾੜ ਦਿੰਦਾ ਹੈ। ਬਸਤੋ ਹੋਏ ਹੋਏ ਸੋ ਊਜਰ, ਕਹਿੰਦੇ ਵਸਦੇ ਹੋਏ ਨੂੰ ਉਜਾੜ ਸਕਦਾ ਹੈ। ਊਜਰ ਹੋਏ ਸੋ ਬਸੈ, ਜਿਹੜਾ ਉਜੜਿਆ ਹੋਇਆ ਸੀ ਉਹਨੂੰ ਵਸਾਉਣ ਦੀ ਤਾਕਤ ਮੇਰੇ ਮਾਲਕ ਦੇ ਵਿੱਚ ਹੈ। ਤੇ ਆਪਾਂ ਵੇਖਦੇ ਕਈ ਵਾਰ ਲੋਕ ਆਪਣੇ ਘਰਾਂ ਵਿੱਚ ਹੱਸਦੇ ਵਸਦੇ ਨੇ, ਇੱਕ ਪਲ ਦੇ ਵਿੱਚ ਇੱਕ ਐਸਾ ਭੁਚਾਲ ਆਉਂਦਾ, ਐਸਾ ਤੂਫਾਨ ਆਉਂਦਾ ਹੈ, ਲੱਖਾਂ ਲੋਕਾਂ ਨੂੰ ਉਜਾੜ ਕੇ ਰੱਖ ਦਿੰਦਾ, ਬੇਘਰ ਹੋ ਜਾਂਦੇ ਲੱਖਾਂ ਲੋਕ। ਇਹ ਸਾਰੀ ਤਾਕਤ ਤੇ ਮਾਲਕ ਦੀ ਹੈ, ਇਹ ਬਲ ਤੇ ਉਹਦਾ ਵਰਤ ਰਿਹਾ ਹੈ। ਬਸਤੋ ਹੋਏ ਹੋਏ ਸੋ ਊਜਰ, ਊਜਰ ਹੋਏ ਸੋ ਬਸੈ। ਫਿਰ ਕਬੀਰ ਸਾਹਿਬ ਜੀ ਅੱਗੇ ਕਹਿੰਦੇ ਨੇ, ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਰਾਵੇ। ਜਲ ਤੇ ਥਲ ਕਰ, ਜਿਹੜੀਆਂ ਥਾਵਾਂ ਤੇ ਕਦੇ ਵੀ ਪਾਣੀ ਨਹੀਂ ਸੁੱਕਿਆ, ਵਾਹਿਗੁਰੂ ਦਾ ਹੁਕਮ ਵਰਤੇ ਉਹ ਚਾਵੇ ਤਾਂ ਉਹ ਥਾਵਾਂ ਤੇ ਜਿਹੜਾ ਸੋਕਾ ਪਾ ਸਕਦਾ ਹੈ। ਜਲ ਤੇ ਥਲ ਕਰ, ਥਲ ਤੇ ਕੂਆਂ, ਜਿਹੜੀਆਂ ਥਾਵਾਂ ਤੇ ਕਦੇ ਪਾਣੀ ਪਹੁੰਚਿਆ ਨਹੀਂ, ਜਿੱਥੇ ਕਦੇ ਪਾਣੀ ਕਿਸੇ ਨੂੰ ਮਿਲਿਆ ਨਹੀਂ, ਵਾਹਿਗੁਰੂ ਪਰਮੇਸ਼ਰ ਚਾਹੇ ਤਾਂ ਉੱਥੇ ਪਾਣੀ ਦੇ ਖੂਹ ਉਹ ਚਲਾ ਸਕਦਾ ਏ। ਫਿਰ ਕਹਿਣ ਲੱਗੇ, ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੇ। ਕਹਿੰਦੇ ਉਹ ਚਾਹਵੇ ਤੇ ਜਿੱਥੇ ਖੂਹ ਲੱਗੇ ਸਨ ਉੱਥੇ ਵੱਡੇ ਵੱਡੇ ਪਰਬਤ ਖੜੇ ਕਰ ਸਕਦਾ ਹੈ। ਧਰਤੀ ਤੇ ਆਕਾਸ਼ ਚੜਾਵੇ, ਚੜ੍ਹੈ ਆਕਾਸ਼ ਗਿਰਾਵੇ। ਵਾਹਿਗੁਰੂ ਚਾਹੇ ਤੇ ਕਿਸੇ ਇਨਸਾਨ ਨੂੰ ਬੁਲੰਦੀਆਂ ਤੇ ਲੈ ਕੇ ਜਾ ਸਕਦਾ, ਧਰਤੀ ਤੋਂ ਆਕਾਸ਼ ਤੱਕ ਉਹਦੀ ਬੁਲੰਦੀ ਹੋ ਸਕਦੀ ਹੈ। ਤੇ ਜਿਹੜਾ ਆਕਾਸ਼ਾਂ ਨੂੰ ਛੂੰਹਦਾ ਸੀ, ਉੱਚੀਆਂ ਬੁਲੰਦੀਆਂ ਤੇ ਪਹੁੰਚਿਆ ਸੀ, ਉਹਨੂੰ ਇੱਕ ਅੱਖ ਦੇ ਫੋਰ ਦੇ ਵਿੱਚ ਧਰਤੀ ਤੇ ਲਿਆ ਕੇ ਸੁੱਟ ਦਿੰਦਾ ਮੇਰਾ ਮਾਲਕ। ਧਰਤੀ ਤੇ ਆਕਾਸ਼ ਚੜਾਵੇ, ਚੜ੍ਹੇ ਆਕਾਸ਼ ਗਿਰਾਵੇ। ਫਿਰ ਅੱਗੇ ਕਹਿੰਦੇ ਨੇ, ਖਲ ਮੂਰਖ ਤੇ ਪੰਡਤ ਕਰਬੋ। ਖਲ ਮੂਰਖ, ਜਿਹੜਾ ਮੂਰਖ ਹੋਵੇ, ਜਿਹਨੂੰ ਕੋਈ ਵੀ ਸੋਝੀ ਨਾ ਹੋਵੇ,
ਜਿਹਨੂੰ ਕੋਈ ਗਿਆਨ ਨਾ ਹੋਵੇ, ਵਾਹਿਗੁਰੂ ਦੀ ਕਲਾ ਵਰਤੇ ਤੇ ਉਹ ਖਲ ਮੂਰਖ ਪੰਡਤ ਬਣ ਜਾਂਦਾ ਹੈ। ਤੇ ਸਾਧ ਸੰਗਤ ਪੰਡਤ ਇੱਥੇ ਕੋਈ ਬਰਾਦਰੀ ਦੀ ਗੱਲ ਨਹੀਂ ਹੋ ਰਹੀ। ਪੰਡਤ ਦਾ ਭਾਵ ਹੈ ਪੜ੍ਹਿਆ ਲਿਖਿਆ ਹੋਣਾ, ਵਿਦਵਾਨ ਹੋਣਾ। ਖਲ ਮੂਰਖ ਤੇ ਪੰਡਤ ਕਰਬੋ, ਪੰਡਤ ਤੇ ਮੁਗਧਾਰੀ। ਕਹਿੰਦੇ ਉਹਦੀ ਕਲਾ ਜਦੋਂ ਵਰਤਦੀ ਹੈ ਤੇ ਮੂਰਖਾਂ ਨੂੰ ਸਿਆਣੇ ਬਣਾ ਦਿੰਦਾ ਹੈ, ਤੇ ਜਿਹੜੇ ਆਪਣੇ ਆਪ ਨੂੰ ਬੜੇ ਸਿਆਣੇ ਕਹਿੰਦੇ ਸਨ ਉਹਨਾਂ ਨੂੰ ਪਲਾਂ ਦੇ ਵਿੱਚ ਮੁਗਧਾਰੀ ਦਾ ਅਰਥ ਹੈ ਮੂਰਖ ਬਣਾ ਦਿੰਦਾ। ਖਲ ਮੂਰਖ ਤੇ ਪੰਡਤ ਕਰਬੋ, ਪੰਡਤ ਤੇ ਮੁਗਧਾਰੀ। ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਣ ਤੇ ਜੋ ਨਾਰੀ। ਕਹਿਣ ਲੱਗੇ ਅਕਾਲ ਪੁਰਖ ਦੀ ਰਜਾ ਵੇਖੋ, ਇਸਤਰੀ ਦੇ ਸਰੀਰ ਵਿੱਚੋਂ ਮਰਦ ਪੈਦਾ ਹੋ ਰਿਹਾ ਹੈ ਤੇ ਮਰਦ ਤੋਂ ਹੀ ਇਸਤਰੀਆਂ ਪੈਦਾ ਹੁੰਦੀਆਂ ਨੇ, ਮਰਦ ਦੇ ਬਿੰਦ ਤੋਂ ਹੀ। ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਣ ਤੇ ਜੋ ਨਾਰੀ। ਕਹਿ ਕਬੀਰ ਸਾਧੂ ਕੋ ਪ੍ਰੀਤਮ, ਤਿਸ ਮੂਰਤ ਹਉ ਬਲਿਹਾਰੀ। ਕਬੀਰ ਸਾਹਿਬ ਕਹਿੰਦੇ ਮੈਂ ਐਸੀ ਸਮਰੱਥਾ ਵਾਲੇ ਵਾਹਿਗੁਰੂ ਪਰਮੇਸ਼ਰ ਤੋਂ ਸਦਾ ਹੀ ਬਲਿਹਾਰ ਜਾਂਦਾ ਹਾਂ, ਸਦਾ ਹੀ ਕੁਰਬਾਨ ਜਾਂਦਾ ਹਾਂ, ਸਦਾ ਹੀ ਸਦਕੇ ਜਾਂਦਾ, ਵਾਰਨੇ ਜਾਂਦਾ ਹਾਂ। ਉਹ ਸਭ ਕੁਝ ਕਰਨ ਦੇ ਸਮਰੱਥ ਹੈ, ਉਹਦੀ ਮਿਣਤੀ ਗਿਣਤੀ ਕੋਈ ਨਹੀਂ ਕਰ ਸਕਦਾ। ਤੇ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ, ਕਹਿੰਦੇ ਪਰਮੇਸ਼ਰ ਦਾ ਅੰਤ ਪਾਉਣਾ ਤੇ ਇੱਕ ਪਾਸੇ ਰਹਿ ਗਿਆ, ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਹੀ ਕੋਈ ਅੰਤ ਨਹੀਂ ਪਾ ਸਕਦਾ। ਉਹਦੀਆਂ ਦਿੱਤੀਆਂ ਦਾਤਾਂ ਦਾ ਅੰਤ ਨਹੀਂ ਪਾ ਸਕਦੇ ਅਸੀਂ, ਤੇ ਰੱਬ ਦਾ ਅੰਤ ਪਾਉਣਾ ਤੇ ਬਹੁਤ ਵੱਡੀ ਗੱਲ ਹੈ। ਉਹਦਾ ਬਲ ਨਾਪਣਾ ਤੇ ਬਹੁਤ ਵੱਡੀ ਗੱਲ ਹੈ। ਤੇ ਸਾਧ ਸੰਗਤ ਧਿਆਨ ਦੇਣਾ, ਬੜੀ ਪਿਆਰੀ ਗਾਥਾ। ਅਜੋਕਾ ਮਨੁੱਖ ਇਸ ਯਤਨ ਵਿੱਚ ਲੱਗਾ ਹੋਇਆ ਕਿ ਮੈਂ ਜਾਣ ਲਵਾਂ ਪਰਮੇਸ਼ਰ ਦਾ ਬਲ, ਉਹਦੀ ਕਿੰਨੀ ਕੁ ਤਾਕਤ ਹੈ, ਕਿੰਨੀ ਕੁ ਪਾਇਆ ਹੈ। ਪਰ ਜਾਣਨ ਵਾਲੇ ਹਾਰ ਗਏ, ਜਾਣ ਨਹੀਂ ਸਕੇ, ਉਹਦੇ ਬਲ ਨੂੰ ਕੋਈ ਨਾਪ ਨਹੀਂ ਸਕਿਆ। ਤੇ ਹਜੂਰ ਨੇ ਤੇ ਗੱਲ ਸਮਾਪਤੀ ਕਰ ਦਿੱਤੀ। ਕਹਿਣ ਲੱਗੇ ਪਿਤਾ ਕਾ ਜਨਮ ਕੇ ਜਾਣੈ ਪੂਤ। ਕਹਿੰਦੇ ਇੱਕ ਪੁੱਤ ਪਿਓ ਦੇ ਜਨਮ ਦੇ ਬਾਰੇ ਕੀ ਜਾਣ ਸਕਦਾ? ਸਗਲ ਪਰੋਈ ਆਪਣੇ ਸੂਤ। ਸਾਰੀ ਉਹਦੇ ਸੂਤਰ ਦੇ ਵਿੱਚ ਪਰੋਤੀ ਹੋਈ ਹੈ। ਦੁਨੀਆ ਦਾ ਪ੍ਰਸਿੱਧ ਦਾਰਸ਼ਨਿਕ ਵਿਦਵਾਨ ਸੁਕਰਾਤ ਇੱਕ ਦਿਨ ਸਮੁੰਦਰ ਦੇ ਕੰਢੇ ਕੰਢੇ ਜਾ ਰਿਹਾ ਹੈ ਤਾਂ ਕੀ ਵੇਖਿਆ? ਸਮੁੰਦਰ ਦੇ ਕੰਢੇ ਤੇ ਬੈਠਾ ਹੋਇਆ ਇੱਕ ਬੱਚਾ, ਉਹ ਰੋ ਰਿਹਾ ਸੀ। ਸੁਕਰਾਤ ਨੇ ਬੱਚੇ ਨੂੰ ਸਵਾਲ ਕੀਤਾ, ਕਹਿੰਦਾ ਬੇਟਾ ਤੂੰ ਰੋਂਦਾ ਕਿਉਂ ਹੈ, ਕੀ ਗੱਲ ਹੋ ਗਈ? ਕਹਿਣ ਲੱਗਾ ਜੀ ਮੈਂ ਇਸ ਕਰਕੇ ਰੋਂਦਾ ਹਾਂ, ਆ ਮੇਰੇ ਕੋਲ ਛੋਟਾ ਜਿਹਾ ਲੋਟਾ ਹੈ ਤੇ ਮੈਂ ਚਾਹੁੰਦਾ ਹਾਂ ਇਹ ਲੋਟਾ ਜਿਹੜਾ ਹੈ ਨਾ ਇਹਦੇ ਵਿੱਚ ਸਾਰਾ ਸਮੁੰਦਰ ਸਮਾ ਜਾਏ। ਕਹਿੰਦੇ ਮੈਂ ਲੋਟਾ ਜਦੋਂ ਭਰਦਾ ਤੇ ਲੋਟਾ ਪਾਣੀ ਨਾਲ ਭਰ ਜਾਂਦਾ, ਪਰ ਸਮੁੰਦਰ ਸਾਰਾ ਉਵੇਂ ਦਾ ਉਵੇਂ ਹੀ ਹੈ, ਮੇਰੇ ਲੋਟੇ ਵਿੱਚ ਨਹੀਂ ਸਮਾ ਰਿਹਾ। ਇਸ ਕਰਕੇ ਮੈਂ ਰੋ ਰਿਹਾ ਹਾਂ। ਹੁਣ ਸੁਕਰਾਤ ਕਹਿਣ ਲੱਗਾ ਬੇਟਾ ਸਮੁੰਦਰ ਤੇ ਬੜਾ ਵਿਸ਼ਾਲ ਹੈ, ਤੇਰੇ ਲੋਟੇ ਵਿੱਚ ਪੂਰਾ ਨਹੀਂ ਆ ਸਕਦਾ, ਤੇਰਾ ਲੋਟਾ ਤੇ ਬੜਾ ਛੋਟਾ ਜਿਹਾ। ਜਦੋਂ ਇੰਨੀ ਗੱਲ ਸੁਣੀ ਉਸ ਬੱਚੇ ਨੇ ਲੋਟਾ ਚਲਾ ਕੇ ਸਮੁੰਦਰ ਦੇ ਵਿੱਚ ਸੁੱਟ ਦਿੱਤਾ। ਕਹਿਣ ਲੱਗੇ ਠੀਕ ਹੈ, ਫਿਰ ਜੇ ਮੇਰੇ ਛੋਟੇ ਜਿਹੇ ਲੋਟੇ ਵਿੱਚ ਸਮੁੰਦਰ ਨਹੀਂ ਸਮਾ ਸਕਦਾ ਤਾਂ ਕੋਈ ਗੱਲ ਨਹੀਂ, ਮੇਰਾ ਲੋਟਾ ਤਾਂ ਸਮੁੰਦਰ ਵਿੱਚ ਸਮਾ ਹੀ ਸਕਦਾ ਹੈ ਨਾ। ਜਦੋਂ ਇਹ ਗੱਲ ਉਸ ਬੱਚੇ ਨੇ ਆਖੀ, ਸੁਕਰਾਤ ਦੀਆਂ ਅੱਖਾਂ ਖੁੱਲ ਗਈਆਂ। ਕਹਿਣ ਲੱਗਾ ਮੈਂ ਇੰਨੀ ਜ਼ਿੰਦਗੀ ਝੱਖ ਮਾਰਦਾ ਰਿਹਾ, ਆਪਣੀ ਤੁੱਛ ਜਿਹੀ ਬੁੱਧੀ ਨੂੰ ਲੈ ਕੇ ਮੈਂ ਤੁਰਿਆ ਕਿ ਮੈਂ ਰੱਬ ਦਾ ਭੇਦ ਪਾ ਲਵਾਂਗਾ, ਜਾਣ ਲਵਾਂਗਾ ਉਹਦੀ ਤਾਕਤ ਨੂੰ, ਸਮਰੱਥਾ ਨੂੰ। ਪਰ ਜਿਸ ਤਰ੍ਹਾਂ ਇੱਕ ਲੋਟੇ ਦੇ ਵਿੱਚ ਸਮੁੰਦਰ ਨਹੀਂ ਭਰਿਆ ਜਾ ਸਕਦਾ, ਮੈਂ ਆਪਣੀ ਤੁੱਛ ਬੁੱਧੀ ਨਾਲ ਰੱਬ ਦੇ ਬਾਰੇ ਕੀ ਬਿਆਨ ਕਰਾਂ, ਕਿਵੇਂ ਜਾਣਾ ਕਿ ਉਹ ਕਿੰਨੀ ਕੁ ਤਾਕਤ ਦਾ ਮਾਲਕ ਹੈ। ਇਸ ਕਰਕੇ ਜਿਵੇਂ ਲੋਟਾ ਸਮੁੰਦਰ ਦੇ ਵਿੱਚ ਸਮਾ ਸਕਦਾ ਹੈ,
ਕਹਿਣ ਲੱਗੇ ਮੇਰੀ ਤੁੱਛ ਬੁੱਧੀ ਵਿੱਚ ਵਾਹਿਗੁਰੂ ਨਹੀਂ ਸਮਾ ਸਕਦਾ, ਪਰ ਮੈਂ ਆਪਣੀ ਬੁੱਧ ਨੂੰ ਛੱਡ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਤਾਂ ਲੀਨ ਹੋ ਹੀ ਸਕਦਾ ਹਾਂ। ਸੋ ਭਗਤਾਂ ਨੇ ਇਹੋ ਹੀ ਯਤਨ ਕੀਤਾ, ਆਪਣੀ ਮੈਂ ਨੂੰ, ਹਉਮੈ, ਹੰਕਾਰ ਨੂੰ ਛੱਡ ਕੇ ਉਹ ਵਾਹਿਗੁਰੂ ਦੀ ਵਡਿਆਈ ਕਰਦਿਆਂ ਹੋਇਆਂ, ਉਹਦੀ ਬੰਦਗੀ ਕਰਦਿਆਂ ਹੋਇਆਂ ਉਹਦੇ ਚਰਨਾਂ ਨਾਲ ਜੁੜ ਗਏ। ਤੇ ਮਹਾਰਾਜ ਕਹਿੰਦੇ RAM ਕੋ ਬਲ ਪੂਰਨ ਭਾਈ। ਹੇ ਭਾਈ, ਵਾਹਿਗੁਰੂ ਦਾ ਬਲ, ਉਹਦੀ ਤਾਕਤ ਦਾ ਪ੍ਰਭਾਵ ਹਰ ਥਾਂ ਤੇ ਹੈ, ਹਰ ਖੇਤਰ ਵਿੱਚ ਹੈ, ਹਰ ਥਾਂ ਤੇ ਉਹਦਾ ਹੁਕਮ ਜਿਹੜਾ ਹੈ ਵਰਤ ਰਿਹਾ ਹੈ। ਤਾਤੇ ਬ੍ਰਿਥਾ ਨ ਵਿਆਪੈ ਕਾਈ। ਬ੍ਰਿਥਾ ਸ਼ਬਦ ਜਿਹੜਾ ਹੈ ਉਹਦਾ ਅਰਥ ਹੈ ਦੁੱਖ ਵਿਆਪਣਾ, ਕੋਈ ਮੁਸ਼ਕਲ ਹੋਣੀ, ਪੀੜਾ ਹੋਣੀ। ਕਹਿੰਦੇ ਜਿਸ ਵਾਹਿਗੁਰੂ ਦਾ ਬਲ ਸਾਰਿਆਂ ਥਾਵਾਂ ਤੇ ਪੂਰਾ ਹੈ, ਜਿਹਦਾ ਹੁਕਮ ਸਭ ਤੇ ਲਾਗੂ ਹੋ ਰਿਹਾ ਹੈ, ਉਹ ਜਿਨ੍ਹਾਂ ਸੇਵਕਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਦਿੰਦਾ ਹੈ, ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਂਦੀ, ਉਹਨਾਂ ਨੂੰ ਕੋਈ ਦੁੱਖ ਨਹੀਂ ਵਿਆਪਦਾ, ਉਹਨਾਂ ਨੂੰ ਕੋਈ ਬੰਦਾ ਚਾਹ ਕੇ ਵੀ ਦੁਖੀ ਨਹੀਂ ਕਰ ਸਕਦਾ, ਉਹਨਾਂ ਨੂੰ ਕੋਈ ਦੁੱਖ ਨਹੀਂ ਦੇ ਸਕਦਾ। ਜਿਹਦੇ ਸਿਰ ਤੇ ਵਾਹਿਗੁਰੂ ਆਪ ਮਿਹਰ ਭਰਿਆ ਹੱਥ ਰੱਖਣ, ਉਹਨੂੰ ਕੋਈ ਦੁਖੀ ਨਹੀਂ ਕਰ ਸਕਦਾ। ਤਾਤੇ ਬ੍ਰਿਥਾ ਨਾ ਵਿਆਪੈ ਕਾਈ। ਇਸ ਕਰਕੇ ਜਿਹੜੇ ਰੱਬ ਦੇ ਪਿਆਰੇ ਸੇਵਕ ਜਨ, ਭਗਤ ਜਨ, ਬੰਦਗੀ ਕਰਨ ਵਾਲੇ ਨੇ, ਉਹਨਾਂ ਨੂੰ ਲੋਕਾਂ ਨੇ ਯਤਨ ਕੀਤਾ ਦੁਖੀ ਕਰਨ ਦਾ, ਪਰ ਉਹਨਾਂ ਨੂੰ ਕੋਈ ਦੁੱਖ ਦੇ ਨਹੀਂ ਸਕਿਆ। ਇਤਿਹਾਸ ਨੂੰ ਪੜ੍ਹੀਏ, ਪੰਚਮ ਪਾਤਸ਼ਾਹ ਜਿਨ੍ਹਾਂ ਨੂੰ ਭੱਟ ਸਾਹਿਬਾਨਾਂ ਨੇ ਪ੍ਰਤੱਖ ਹਰ ਆਖਿਆ ਬਾਣੀ ਦੇ ਅੰਦਰ, ਸਮੇਂ ਦੇ ਹਾਕਮਾਂ ਨੇ ਆਖਿਆ ਅਸੀਂ ਗੁਰੂ ਅਰਜਨ ਸਾਹਿਬ ਨੂੰ ਦੁੱਖ ਦੇਣੇ ਨੇ, ਦੇਗ ਦੇ ਵਿੱਚ ਉਬਾਲਿਆ, ਤਤੀ ਤਵੀ ਤੇ ਹਜੂਰ ਨੂੰ ਬਿਠਾਇਆ, ਸੀਸ ਵਿੱਚ ਗਰਮ ਰੇਤ ਪਾ ਦਿੱਤੀ, ਪਰ ਮਹਾਰਾਜ ਇਹ ਸਾਰੇ ਤਸ਼ੱਦਦ ਆਪਣੇ ਤਨ ਤੇ ਸਹਿ ਕੇ ਵੀ ਕੀ ਕਹਿੰਦੇ ਨੇ, ਦੁੱਖ ਨਾਹੀ ਸਭ ਸੁਖ ਹੀ ਹੈ ਰੇ। ਮਹਾਰਾਜ ਕਹਿੰਦੇ ਨਹੀਂ, ਦੁੱਖ ਨਹੀਂ, ਇਹ ਸਾਰਾ ਸੁਖ ਹੈ। ਭਾਣੇ ਨੂੰ ਮੰਨਿਆ, ਮਹਾਰਾਜ ਕਹਿੰਦੇ ਜਿਹਦੇ ਸਿਰ ਤੇ ਹੱਥ ਹੋਵੇ ਪਰਮੇਸ਼ਰ ਦਾ, ਉਸ ਸੇਵਕ ਨੂੰ, ਰੱਬ ਦੇ ਪਿਆਰੇ ਨੂੰ ਕੋਈ ਬਿਰਥਾ ਨਹੀਂ ਵਿਆਪਦੀ, ਉਹਨੂੰ ਕੋਈ ਦੁਖੀ ਨਹੀਂ ਕਰ ਸਕਦਾ। ਉਹ ਇੰਨੀ ਅਡੋਲ ਅਵਸਥਾ ਵਿੱਚ ਪਹੁੰਚ ਜਾਂਦਾ ਹੈ, ਇੰਨੀ ਚੜ੍ਹਦੀ ਕਲਾ ਵਿੱਚ ਹੁੰਦਾ ਹੈ, ਉਹਨੂੰ ਕੋਈ ਦੁਖੀ ਨਹੀਂ ਕਰ ਸਕਦਾ। ਤੇ ਰੱਬ ਦੇ ਪਿਆਰੇ ਫਿਰ ਭਰੋਸਾ ਵੀ ਬਹੁਤ ਵੱਡਾ ਉਹਨਾਂ ਦਾ, ਤੂੰ ਭਾਰੋ ਸੁਆਮੀ ਮੇਰਾ, ਸੰਤਾਂ ਪ੍ਰਵਾਸਾ ਤੇਰਾ। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਸਾਡਾ ਮਾਲਕ ਬੜਾ ਡਾਢਾ ਹੈ, ਉਹ ਹਰ ਥਾਂ ਤੇ ਸਾਡੀ ਰਾਖੀ ਕਰੇਗਾ। ਇਸ ਕਰਕੇ ਉਸ ਪਰਮੇਸ਼ਰ ਦੇ ਭਰੋਸੇ ਤੇ ਉਹ ਕਦੇ ਦੁਖੀ ਨਹੀਂ ਹੁੰਦੇ, ਕਦੇ ਡਰਦੇ ਨਹੀਂ। ਤੇ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ, ਕਹਿਣ ਲੱਗੇ ਓਏ ਪਰਮ ਪੁਰਖ ਦੇਵਾਦ ਦੇਵ। ਕਹਿਣ ਲੱਗੇ ਵਾਹਿਗੁਰੂ ਸਭਨਾਂ ਵਿੱਚ ਸਮਾਇਆ ਹੋਇਆ, ਸਭ ਤੋਂ ਉੱਚੀ ਹਸਤੀ ਹੈ ਤੇ ਸਭ ਤੋਂ ਵੱਡਾ ਦੇਵਤਾ ਹੈ। ਓਏ ਪਰਮ ਪੁਰਖ ਦੇਵਾਦ ਦੇਵ, ਭਗਤ ਹੇਤ ਨਰ ਸਿੰਘ ਭੇਵ। ਆਪਣੇ ਭਗਤ ਪ੍ਰਹਿਲਾਦ ਦੀ ਰਾਖੀ ਕਰਨ ਵਾਸਤੇ ਪਰਮੇਸ਼ਰ ਨਰ ਸਿੰਘ ਦਾ ਰੂਪ ਵੀ ਧਾਰਨ ਕਰ ਲੈਂਦਾ ਹੈ। ਓਏ ਪਰਮ ਪੁਰਖ ਦੇਵਾਦ ਦੇਵ, ਭਗਤ ਹੇਤ ਨਰ ਸਿੰਘ ਭੇਵ। ਕਹੋ ਕਬੀਰ ਕੋ ਲਖੇ ਨਾ ਪਾਰ, ਪ੍ਰਹਿਲਾਦ ਉਧਾਰੇ ਅਨਕ ਬਾਰ। ਕਹਿੰਦੇ ਕਬੀਰ ਸਾਹਿਬ ਕਹਿਣ ਲੱਗੇ ਉਹਦਾ ਕੋਈ ਪਾਰ ਨਹੀਂ ਪਾ ਸਕਦਾ। ਉਹਨੇ ਕਈ ਵਾਰੀ ਭਗਤ ਪ੍ਰਹਿਲਾਦ ਦੀ ਰਾਖੀ ਕੀਤੀ ਹੈ, ਤੇ ਸਾਰੇ ਭਗਤਾਂ ਦੀ ਰਾਖੀ ਉਹ ਆਪ ਕਰਦਾ ਹੈ। ਹੁਣੇ ਹੀ ਗੁਰੂ ਸਵਾਰੇ ਕੀਰਤਨੀਆਂ ਦੇ ਪਾਸੋਂ ਬਚਨ ਆਪਾਂ ਸੁਣੇ ਨੇ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ। ਹਰਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ।
ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ। ਕਹਿੰਦੇ ਐਸਾ ਮਾਲਕ ਜਿਹੜਾ ਆਪਣੇ ਸੇਵਕਾਂ ਦੀ ਪੈਜ ਆਪ ਰੱਖਦਾ ਤੇ ਜਿਹਦੇ ਸਿਰ ਤੇ ਉਹ ਮਿਹਰ ਭਰਿਆ ਹੱਥ ਰੱਖ ਦੇਵੇ, ਉਹਨੂੰ ਕੋਈ ਦੁੱਖ ਨਹੀਂ ਪਹੁੰਚ ਸਕਦਾ, ਉਹਨੂੰ ਕੋਈ ਬਿਰਥਾ ਨਹੀਂ ਵਿਆਪਦੀ। ਜੋ ਜੋ ਚਿਤਵੈ ਦਾਸ ਹਰ ਮਾਈ, ਸੋ ਸੋ ਕਰਤਾ ਆਪ ਕਰਾਈ। ਕਹਿੰਦੇ ਰੱਬ ਦੇ ਪਿਆਰੇ ਦਾਸ ਜਨ ਜੋ ਜੋ ਵੀ ਚਿਤਵਦੇ ਨੇ, ਜੋ ਜੋ ਵੀ ਸੋਚਦੇ ਨੇ, ਜੋ ਜੋ ਵੀ ਮੰਗਦੇ ਨੇ, ਵਾਹਿਗੁਰੂ ਆਪ ਉਹਨਾਂ ਦੀਆਂ ਉਹਨਾਂ ਲੋੜਾਂ ਨੂੰ ਪੂਰੀਆਂ ਕਰਦਾ ਹੈ। ਆਪ ਵਾਹਿਗੁਰੂ ਸਮਰੱਥ ਹੈ ਅਤੇ ਆਪਣੇ ਸੇਵਕਾਂ ਦੇ ਸਾਰੇ ਕਾਰਜ ਆਪ ਰਾਸ ਕਰਦਾ ਹੈ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹਾਂ ਜਹਾਂ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠ ਧਾਵੈ। ਸੇਵਕ ਕੋ ਨਿਗਟੀ ਹੋਏ ਦਿਖਾਵੈ, ਜੋ ਜੋ ਕਹਿ ਠਾਕੁਰ ਪੈ ਸੇਵਕ ਤਤਕਾਲ ਹੋਇਆਵੈ। ਜੋ ਜੋ ਵੀ ਦਾਸ ਚਿਤਵਦੇ ਨੇ, ਉਹ ਵਾਹਿਗੁਰੂ ਕਿਰਪਾ ਕਰਕੇ ਆਪਣੇ ਦਾਸਾਂ ਦੀਆਂ ਬੇਨਤੀਆਂ ਸੁਣ ਕੇ ਉਹਨਾਂ ਨੂੰ ਪੂਰੀਆਂ ਕਰਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੇ ਵਿੱਚ ਮਹਾਰਾਜ ਨੇ ਬੜੀਆਂ ਉਦਾਹਰਨਾਂ ਦੇ ਕੇ ਸਮਝਾਉਣ ਦਾ ਯਤਨ ਕੀਤਾ। ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਜੋ ਮੰਗੈ ਸੋਈ ਸੋਈ ਪਾਵੈ, ਆਪਣੇ ਖਸਮ ਭਰੋਸਾ। ਪੰਚਮ ਪਾਤਸ਼ਾਹ ਦੇ ਬਚਨ ਨੇ। ਮਹਾਰਾਜ ਕਹਿਣ ਲੱਗੇ ਸਾਨੂੰ ਭਰੋਸਾ ਹੈ, ਅਸੀਂ ਵਾਹਿਗੁਰੂ ਦੇ ਕੋਲੋਂ ਜੋ ਵੀ ਮੰਗਾਂਗੇ ਵਾਹਿਗੁਰੂ ਸਾਨੂੰ ਉਹ ਦਾਤਾਂ ਦਿੰਦਾ ਹੈ, ਉਹ ਦਾਤਾਂ ਦਿੰਦਾ ਹੈ, ਉਹ ਕਿਰਪਾ ਸਾਡੇ ਤੇ ਆਪ ਕਰਦਾ ਹੈ। ਜੋ ਜੋ ਚਿਤਵੇਂ ਸਾਧ ਜਨ ਸੋ ਲੇਤਾ ਮਾਨ। ਜੋ ਜੋ ਵੀ ਸਾਧ ਜਨ ਬੇਨਤੀ ਕਰਦੇ ਨੇ, ਵਾਹਿਗੁਰੂ ਉਹ ਬੇਨਤੀ ਨੂੰ ਮੰਨ ਲੈਂਦਾ, ਸੁਣਦਾ ਹੈ। ਕਿਉਂ? ਕਿਉਂਕਿ ਉਹ ਆਪਣੇ ਭਗਤਾਂ ਨੂੰ ਬੜਾ ਪਿਆਰ ਕਰਦਾ ਹੈ। ਰੱਬ ਦਾ ਬਿਰਧ ਹੈ ਭਗਤ ਵਛਲ। ਭਗਤਾਂ ਨੂੰ, ਭਗਤੀ ਕਰਨ ਵਾਲਿਆਂ ਨੂੰ ਬੜਾ ਪਿਆਰ ਕਰਦਾ ਹੈ। ਤੇ ਭਗਤ ਨਾਮਦੇਵ ਜੀ ਗੁਰਬਾਣੀ ਦੇ ਵਿੱਚ ਫਰਮਾਨ ਕਰਦੇ ਨੇ, ਕਹਿੰਦੇ ਮੈਂ ਪ੍ਰੇਮ ਦੀਆਂ ਡੋਰਾਂ ਪਾ ਕੇ ਵਾਹਿਗੁਰੂ ਨੂੰ ਵਸ ਵਿੱਚ ਕੀਤਾ ਹੋਇਆ ਹੈ। ਇਹ ਹੁਣ ਜਿਹਨੇ ਵਾਹਿਗੁਰੂ ਪਰਮੇਸ਼ਰ ਬੇਨਤੀ ਕਬੂਲ ਕਰ ਲੈਂਦਾ ਹੈ, ਤੇ ਭਗਤ ਜੀ ਦੇ ਬਚਨ ਨੇ, ਮੇਰੀ ਬੰਦੀ ਭਗਤ ਛਡਾਵੇ, ਬੰਧੈ ਭਗਤ ਨਾ ਛੂਟੈ ਮੋਹੇ। ਏਕ ਸਮੈ ਮੋਹ ਕੋ ਗ੍ਰਹਿ ਬੰਧੈ, ਤਾਉ ਫੁਨ ਮੋਹ ਪੈ ਜਵਾਬ ਨਾ ਹੋਈ। ਵਾਹਿਗੁਰੂ ਪਰਮੇਸ਼ਰ ਕਹਿ ਰਿਹਾ ਹੈ, ਮੇਰੀ ਬੰਦੀ ਭਗਤ ਛਡਾਵੇ, ਬੰਧੈ ਭਗਤ ਨਾ ਛੂਟੈ ਮੋਹੈ। ਕਹਿੰਦੇ ਮੇਰੇ ਪਾਏ ਬੰਧਨਾਂ ਤੋਂ ਮੈਨੂੰ ਜਪ ਜਪ ਕੇ ਭਗਤ ਬੰਧ ਖਲਾਸੀ ਪ੍ਰਾਪਤ ਕਰਦੇ ਨੇ, ਪਰ ਜਦੋਂ ਉਹ ਪ੍ਰੇਮ ਦੇ ਬੰਧਨਾਂ ਵਿੱਚ ਮੈਨੂੰ ਬੰਨ੍ਹ ਲੈਂਦੇ ਨੇ ਤੇ ਵਾਹਿਗੁਰੂ ਜੀ ਕਹਿੰਦੇ ਮੇਰੇ ਕੋਲੋਂ ਫਿਰ ਛੁੱਟਿਆ ਨਹੀਂ ਜਾਂਦਾ, ਮੇਰੇ ਕੋਲੋਂ ਛੁੱਟਣ ਦਾ ਕੋਈ ਚਾਰਾ ਨਹੀਂ ਰਹਿ ਜਾਂਦਾ। ਮੇਰੀ ਬੰਧੀ ਭਗਤ ਛਡਾਵੇ, ਬੰਧੈ ਭਗਤ ਨਾ ਛੂਟੈ ਮੋਹੇ। ਏਕ ਸਮੇਂ ਮੋਹ ਕੋ ਗ੍ਰਹਿ ਬੰਧੈ, ਤੋ ਫੁਨ ਮੋਹ ਪੈ ਜਵਾਬ ਨਾ ਹੋਈ। ਕਹਿੰਦੇ ਜਦੋਂ ਪ੍ਰੇਮ ਬੰਧਨ ਵਿੱਚ ਬੰਨ ਕੇ ਭਗਤ ਜਨ ਜੋ ਵੀ ਬੇਨਤੀ ਕਰਦੇ ਨੇ, ਕਹਿੰਦੇ ਮੈਂ ਬੇਨਤੀ ਨੂੰ ਮੰਨਦਾ, ਮੈਂ ਜਵਾਬ ਨਹੀਂ ਦੇ ਸਕਦਾ, ਮੈਂ ਟਾਲ ਨਹੀਂ ਸਕਦਾ। ਹੁਣ ਇੰਨਾ ਪਿਆਰ ਹੈ ਵਾਹਿਗੁਰੂ ਪਰਮੇਸ਼ਰ ਦਾ ਆਪਣੇ ਪਿਆਰਿਆਂ ਨਾਲ, ਭਗਤਾਂ ਦੇ ਨਾਲ। ਇਸ ਕਰਕੇ ਮਹਾਰਾਜ ਕਹਿੰਦੇ ਸੋ ਸੋ ਕਰਤਾ ਆਪ ਕਰਾਈ। ਉਹ ਵਾਹਿਗੁਰੂ ਪਰਮੇਸ਼ਰ ਜੋ ਵੀ ਭਗਤ ਜਨ ਕਹਿੰਦੇ ਨੇ ਉਹਨੂੰ ਮੰਨ ਕੇ ਉਹ ਕਾਰਜ ਆਪ ਕਰਦਾ ਹੈ। ਇਸ ਕਰਕੇ ਭਗਤਾਂ ਨੇ ਜਦੋਂ ਵੀ ਅਰਦਾਸ ਕੀਤੀ ਨਿਰੰਕਾਰ ਦੇ ਚਰਨਾਂ ਵਿੱਚ ਕੀਤੀ ਹੈ, ਜੋ ਵੀ ਮੰਗਿਆ ਵਾਹਿਗੁਰੂ ਪਰਮੇਸ਼ਰ ਦੇ ਕੋਲੋਂ ਮੰਗਿਆ ਹੈ। ਭਗਤ ਧੰਨਾ ਜੀ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ, ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ
तिनके काज सवारता रहाओ। दाल सीधा मांगो कियो, हमरा खुशी करे नित जियो। पनिया शादन नीका, अनाज मांगो सत सीका। गऊ भैंस मांगो लावेरी, एक ताजन तुरी चंगेरी। घर की गीहन चंगी, जन धन्ना लेवै मंगी। ये दातां वैगुरू दे कोलों मंगियां ते वैगुरू ने किरपा करके दातां भगतां नूं बख्शियां। भगत रविदास जी दे ये पावन बचन आपां पढ़दे हां। किसे वेले जात पात दे नां ते इन्ना वितकरा कि किसे ने नेड़े भी ना बहन देना। इत्थों तक किसे ने आखना जे तुसी मैनू टच कर दिता ते असीं भेटे जावांगे। इन्ना ज़्यादा भरम जिन्हां दे मन विच सी। भगत जी कहते मालक की मेहर दे नाल अज वो लोग आके नमस्कारां कर रहे ने। नमस्कारां कहते वडियाई मालक दी है। ऐसी लाल तुझ बिन कौन करे, गरीब नवाज गुसैया मेरा माथे छत्र धरै। जाकी शोत जगत को लागै, तां पर तू धरै। नीचे ऊंच करे मेरा गोबिंद, काहू ते न डरै। कहते नीचियां नूं उच्चियां करन वाला है, किसे दी परवाह नहीं करदा। ते जेड़े लोग सुच पिट दा वहम करन वाले जात दे हंकारी सन, भगत जी कहते अब विपर प्रधान ते करें डंडौत। भगत जी कहते अज वो लोग जिन्हां अंदर जात दा अभिमान सी, वड्डे वड्डे गुणी ज्ञानी पंडित जन हंकार नाल भरे होए, अज वो विपरां दे प्रधान आगू भी आके सानू नमस्कार कर रहे ने। अब विपर प्रधान ते करें डंडौत, तेरे नाम शरनाए रविदास दासा। कहते वडियाई उहदे नाम दी है। ये प्रताप वैगुरू दा है। जदों वो सिर ते हथ रखदा है ते नीवियां नूं उच्चियां कर दिंदा, मेहर करदा है। कहते जो जो चितवै दास हर, माई सो सो करता आप कराई। कहते सारे कारज वैगुरू फिर आप सवारदा, आप करदा है। एक फकीर एक राजे दे कोल पहुंचिया। राजे दे कोल पहुंच के उन्हें एक कथा सुनाई। कहन लगा अपने सेवकां दे, रब दे प्यारियां दे जिहड़े कारज ने वैगुरू आप करदा है, आप कारज सवारदा, आप उन्हां दी हर थां ते मदद करदा है। ते राजा जिहड़ा सी राज सत्ता दे नशे विच हंकार उहदे सिर दे विच भरिया होया। वो कहन लगा भी रब दा ते एडा वड्डा विधान है, उन्होंने आप काम करन दी की लोड़ है, वो ते किसे तो भी कुछ करवा सकता है। पर वो फकीर कहन लगा जी बिल्कुल परमेश्वर दे हुक्म दे विच सारी सृष्टि चल रही है, सब कुछ उहदे हुक्म दे विच है। पर जदों किते उहदे प्यारे ते बंदगी करन वाले उहदे सेवक ते कोई औखी घड़ी आउंदी है तां वो खुद आप आके उहदी मदद करदा, आप सहाई हुंदा। हुण राजा कहन लगा जी मेरे ये गल मनण विच नहीं आ रही, क्योंकि मैं एक राजा हाँ ते जदों किते कोई औखा समा आए उस वेले मैं अपने वजीर नूं भेज दिंदा, जे होर कोई औखी घड़ी होवे ते मैं अपने मंत्रियों की ड्यूटी ला दिंदा, अपने फौजदारां एहलकारां नूं भेज दिंदा हाँ। पर मैं आप कदे भी कोई काम नहीं कीता, मेरा हुक्म चलदा है, हुक्म। फकीर कहन लगा बिल्कुल बादशाह तुहाडा हुक्म चलदा होएगा, तुहाडे काम करन वास्ते तुहाडे अमीर ते वजीर जिहड़े ने वो जाके कारज सवारदे होणगे। पर किते ऐसा समा भी आएगा तुसी किसी नूं हुक्म करन दी बजाए खुद आप जाके काम करोगे। राजा कहन लगा जी मैं ते हुक्म करदा बस। कहंदे फकीर ने आख्या ठीक है राजन, मैं तुहानूं ये गल परतख करके विखावांगा। कहंदे फकीर ने आख्या राजे नूं, कहंदे अज आपां एक नदी दे कंढे ते सभा लगाउणी है, तुसी सारा मंत्री मंडल लैके फौजदार एहलकार लैके नदी दे कंढे ते आओ
ਉੱਥੇ ਬੈਠ ਕੇ ਆਪਾਂ ਸਭਾ ਲਗਾਵਾਂਗੇ, ਸਤਸੰਗ ਵੀ ਕਰਾਂਗੇ। ਹੁਣ ਰਾਜੇ ਦਾ ਇੱਕ ਛੋਟਾ ਜਿਹਾ ਰਾਜਕੁਮਾਰ ਜਿਹਦੀ ਉਮਰ ਤਕਰੀਬਨ 1-1.5 ਸਾਲ ਦੀ ਹੈ, ਉਹਨੂੰ ਗੋਲੀਆਂ ਬੜਾ ਪਿਆਰ ਤੇ ਦੁਲਾਰ ਕਰਦੀਆਂ ਨੇ। ਫਕੀਰ ਨੇ ਗੋਲੀਆਂ ਨੂੰ ਆਖਿਆ, ਕਹਿਣ ਲੱਗੇ ਜਦੋਂ ਨਦੀ ਦੇ ਕੰਢੇ ਤੇ ਸਭਾ ਲੱਗੀ ਹੋਵੇਗੀ ਉਸ ਵੇਲੇ ਤੁਸੀਂ ਇੱਕ ਲੱਕੜ ਦਾ, ਘਾਹ ਪੱਤਿਆਂ ਦਾ ਇੱਕ ਬੱਚਾ ਬਣਾ ਕੇ ਉਹਨੂੰ ਸੁੰਦਰ ਰੁਮਾਲਿਆਂ ਵਿੱਚ ਲਪੇਟ ਕੇ ਲੈ ਕੇ ਆਇਓ। ਇਉਂ ਮਹਿਸੂਸ ਹੋਵੇ ਕਿ ਜਿਵੇਂ ਰਾਜੇ ਦਾ ਉਹ ਛੋਟਾ ਜਿਹਾ ਰਾਜਕੁਮਾਰ ਹੈ। ਹੁਣ ਗੋਲੀਆਂ ਨੇ ਉਸੇ ਤਰ੍ਹਾਂ ਕੀਤਾ। ਉਸ ਸਭਾ ਦੇ ਵਿੱਚ ਉਹ ਛੋਟਾ ਜਿਹਾ ਨਕਲੀ ਬਾਲਕ ਬੱਚਾ ਤਿਆਰ ਕਰਕੇ ਉਹ ਲੈ ਕੇ ਆਏ ਸੁੰਦਰ ਰੁਮਾਲਿਆਂ ਵਿੱਚ ਲਪੇਟ ਕੇ। ਤੇ ਜਦੋਂ ਗੋਲੀਆਂ ਲੈ ਕੇ ਆਈਆਂ ਤੇ ਫਕੀਰ ਨੇ ਉਸ ਬੱਚੇ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ। ਹੁਣ ਰੁਮਾਲਿਆਂ ਵਿੱਚ ਲਪੇਟਿਆ ਹੋਇਆ ਸੀ। ਰਾਜਾ ਵੇਖ ਕੇ ਦੂਰੋਂ ਪ੍ਰਸੰਨ ਹੋ ਰਿਹਾ ਹੈ ਕਿ ਇਹ ਮੇਰਾ ਪੁੱਤਰ ਹੈ, ਮੇਰਾ ਰਾਜਕੁਮਾਰ ਹੈ, ਜਿਸ ਨੂੰ ਫਕੀਰ ਨੇ ਆਪਣੇ ਹੱਥਾਂ ਵਿੱਚ ਚੁੱਕ ਲਿਆ। ਰਾਜੇ ਦਾ ਪੂਰਾ ਧਿਆਨ ਉਸ ਬੱਚੇ ਵੱਲ ਹੈ। ਫਕੀਰ ਉਸ ਬੱਚੇ ਨੂੰ ਆਪਣੀ ਗੋਦ ਵਿੱਚ ਲੈ ਕੇ ਬੈਠਾ ਤੇ ਵੇਖਦਿਆਂ ਵੇਖਦਿਆਂ ਹੀ ਉਸ ਫਕੀਰ ਨੇ ਉਸ ਬੱਚੇ ਨੂੰ ਨਦੀ ਵਿੱਚ ਸੁੱਟ ਦਿੱਤਾ। ਜਦੋਂ ਬੱਚੇ ਨੂੰ ਨਦੀ ਵਿੱਚ ਸੁੱਟਿਆ ਤੇ ਰਾਜੇ ਦੇ ਅਰਦਲ ਦੇ ਵਿੱਚ ਬਹੁਤ ਸਾਰੇ ਅਮੀਰ, ਵਜ਼ੀਰ, ਉਹਦੇ ਮੰਤਰੀ, ਫੌਜਦਾਰ ਖੜੇ ਸਨ, ਪਰ ਰਾਜੇ ਨੇ ਕਿਸੇ ਨੂੰ ਹੁਕਮ ਨਹੀਂ ਦਿੱਤਾ। ਸਿੰਘਾਸਨ ਤੋਂ ਉੱਠ ਕੇ ਛਾਲ ਮਾਰ ਕੇ ਆਪ ਨਦੀ ਵਿੱਚ ਜਾ ਕੇ ਚਲਿਆ ਗਿਆ। ਆਪ ਨਦੀ ਵਿੱਚ ਛਾਲ ਮਾਰ ਦਿੱਤੀ, ਭੱਜ ਕੇ ਉਸ ਬੱਚੇ ਨੂੰ ਫੜਿਆ। ਜਦੋਂ ਬੱਚੇ ਨੂੰ ਫੜਿਆ ਤੇ ਵੇਖਿਆ ਉਹ ਨਕਲੀ ਇੱਕ ਖਿਡੌਣਾ ਸੀ। ਬੜਾ ਹੈਰਾਨ ਹੋਇਆ, ਕਹਿਣ ਲੱਗਾ ਫਕੀਰ ਜੀ ਤੁਸੀਂ ਇਹ ਕੀ ਕੀਤਾ? ਇਹ ਕੀ ਕੀਤਾ? ਮੇਰੇ ਨਾਲ ਇਸ ਤਰ੍ਹਾਂ ਦਾ ਮਜ਼ਾਕ ਕਿਉਂ ਕੀਤਾ ਤੁਸੀਂ? ਤੇ ਫਕੀਰ ਕਹਿਣ ਲੱਗਾ ਰਾਜਨ, ਇਹ ਮਜ਼ਾਕ ਤਾਂ ਕੀਤਾ ਗਿਆ, ਇਹ ਸਾਰਾ ਕੌਤਕ ਤਾਂ ਰਚਿਆ ਗਿਆ ਤੈਨੂੰ ਸਮਝਾਉਣ ਵਾਸਤੇ। ਕਹਿਣ ਲੱਗੇ ਤੇਰੇ ਕੋਲ ਬਹੁਤ ਸਾਰੇ ਤੇਰੇ ਪਹਿਰੇਦਾਰ ਖੜੇ ਸਨ, ਤੇਰੇ ਮੰਤਰੀ, ਵਜ਼ੀਰ ਖੜੇ ਸਨ, ਪਰ ਤੂੰ ਉਹਨਾਂ ਨੂੰ ਹੁਕਮ ਕਿਉਂ ਨਹੀਂ ਕੀਤਾ? ਤੂੰ ਆਪ ਕਿਉਂ ਛਾਲ ਮਾਰੀ ਇਸ ਬੱਚੇ ਨੂੰ ਕੱਢਣ ਵਾਸਤੇ? ਤੇ ਰਾਜਾ ਕਹਿਣ ਲੱਗਾ ਜੀ ਮੰਤਰੀਆਂ ਨੂੰ, ਵਜ਼ੀਰਾਂ ਨੂੰ ਹੁਕਮ ਕਿਵੇਂ ਕਰਦਾ? ਇਹ ਤੇ ਮੇਰਾ ਆਪਣਾ ਸੀ, ਇਹਦੇ ਨਾਲ ਤੇ ਮੇਰਾ ਅਤਿਅੰਤ ਪਿਆਰ ਹੈ, ਇਸ ਕਰਕੇ ਇਹਦੀ ਜਾਨ ਬਚਾਉਣ ਵਾਸਤੇ ਮੈਂ ਆਪ ਛਾਲ ਮਾਰ ਦਿੱਤੀ। ਕਿਸੇ ਨੂੰ ਹੁਕਮ ਕਰਨ ਤੋਂ ਪਹਿਲਾਂ ਹੀ ਮੈਨੂੰ ਆਪ ਕੱਢ ਲਿਆ, ਕਿਉਂਕਿ ਇਹ ਮੇਰਾ ਆਪਣਾ ਤੇ ਮੇਰਾ ਪਿਆਰਾ ਹੈ, ਦਿਲ ਦਾ ਟੁਕੜਾ ਹੈ, ਇਸ ਕਰਕੇ ਮੈਂ ਆਪ ਛਾਲ ਮਾਰੀ। ਫਕੀਰ ਕਹਿਣ ਲੱਗਾ ਰਾਜਨ, ਇਹੋ ਹੀ ਗੱਲ ਤੈਨੂੰ ਸਮਝਾਉਣੀ ਸੀ ਕਿ ਰੱਬ ਦੇ ਜਿਹੜੇ ਪਿਆਰੇ ਨੇ, ਜਿਹੜੇ ਅਠੇ ਪਹਿਰ ਵਾਹਿਗੁਰੂ ਪਰਮੇਸ਼ਰ ਨੂੰ ਹਿਰਦੇ ਵਿੱਚ ਵਸਾ ਕੇ ਰੱਖਦੇ ਨੇ, ਜਦੋਂ ਉਹਨਾਂ ਤੇ ਕੋਈ ਕਸ਼ਟ ਆਉਂਦਾ ਹੈ, ਜਦੋਂ ਉਹਨਾਂ ਤੇ ਕੋਈ ਵਿਪਤਾ ਪੈਂਦੀ ਹੈ ਤੇ ਵਾਹਿਗੁਰੂ ਖੁਦ ਆਪ ਉੱਥੇ ਹਾਜ਼ਰ ਹੋ ਕੇ ਉਹਨਾਂ ਦੇ ਕਸ਼ਟਾਂ ਦਾ ਨਿਵਾਰਨ ਕਰਦਾ ਹੈ, ਉਹਨਾਂ ਦੀ ਰਾਖੀ ਕਰਦਾ ਹੈ। ਭਗਤ ਹੇਤ ਨਰ ਸਿੰਘ ਭੇਵ, ਉਹ ਆਪਣੇ ਪਿਆਰਿਆਂ ਦੀ ਆਪ ਰਾਖੀ ਕਰਦਾ ਹੈ। ਭਾਵੇਂ ਭਗਤ ਨਾਮਦੇਵ ਦਾ ਜੀਵਨ ਪੜ੍ਹ ਕੇ ਵੇਖ ਲਓ, ਜਿਸ ਵੇਲੇ ਉਹਨਾਂ ਨੂੰ ਹਾਥੀ ਦੇ ਥੱਲੇ ਕੁਚਲਣ ਦਾ ਹੁਕਮ ਹੋਇਆ ਤੇ ਉੱਥੇ ਵੀ ਰਾਖੀ ਆਪ ਕੀਤੀ। ਚਾਹੇ ਭਗਤ ਕਬੀਰ ਸਾਹਿਬ ਦਾ ਜੀਵਨ ਪੜ੍ਹ ਕੇ ਵੇਖੋ, ਉਹਨਾਂ ਤੇ ਵੀ 3 ਵਾਰੀ ਹਾਥੀ ਚੜਾਉਣ ਦਾ ਜ਼ਿਕਰ ਕੀਤਾ। 3 ਬਾਰ ਪਤੀਆ ਭਰ ਲੀਨਾ, ਮਨ ਕਠੋਰ ਅਜੋ ਨਾ ਪਤੀਨਾ। ਰਾਜੇ ਦੇ ਮਨ ਦੀ ਜਦੋਂ ਤਸੱਲੀ ਨਾ ਹੋਈ, ਹਾਥੀ ਨੂੰ ਵਾਰ-ਵਾਰ ਮੁੜ-ਮੁੜ ਕੇ ਉਹਦੇ ਤੇ ਚੜ੍ਹਨ ਦਾ ਹੁਕਮ ਕੀਤਾ। ਪਰ ਕੁੰਚਰ ਪੋਟ ਲੈ ਲੈ ਨਮਸਕਾਰੇ, ਬੂਝੀ ਨਹੀਂ ਕਾਜੀ ਅੰਧਿਆਰੇ। ਹਾਥੀ ਵੀ ਭਗਤ ਨੂੰ ਨਮਸਕਾਰ ਕਰਦਾ ਹੈ, ਹਾਥੀ ਵੀ, ਪਰ ਮਜਬੀ ਤਵਸਬ ਦੇ ਵਿੱਚ ਭਰੇ ਹੋਏ ਅੰਨੇ ਹੋਏ ਕਾਜੀ ਇਹ ਗੱਲ ਸਮਝ ਨਹੀਂ ਰਹੇ ਕਿ ਰੱਬ ਦੇ ਪਿਆਰੇ, ਉਹਨਾਂ ਦੀ ਰਾਖੀ ਵਾਹਿਗੁਰੂ ਪਰਮੇਸ਼ਰ ਆਪ ਕਰਦਾ ਹੈ, ਉਹਨਾਂ ਕੋਈ ਕਸ਼ਟ ਨਹੀਂ ਆਉਂਦਾ। ਆਖਰੀ ਬੰਦ ਵਿੱਚ ਮਹਾਰਾਜ ਕਿਰਪਾ ਕਰਦੇ, ਨਿੰਦਕ ਕੀ ਪ੍ਰਭ ਪਤ ਗਵਾਈ। ਨਿੰਦਕ ਲੋਕ ਜਿਹੜੇ ਰੱਬ ਦੇ ਪਿਆਰਿਆਂ ਭਗਤਾਂ ਦੀ ਨਿੰਦਾ ਕਰਦੇ ਨੇ, ਸੰਸਾਰ ਦੇ ਵਿੱਚ ਤੁਸੀਂ ਵੇਖੋਗੇ ਮਾੜੇ ਕਰਮ ਕਰਨ ਵਾਲਿਆਂ ਦੀ ਤੇ ਨਿੰਦਿਆ ਹੋਈ ਹੀ ਹੋਈ ਹੈ।
ਇੱਥੇ ਚੰਗੇ ਲੋਕਾਂ ਦੀ ਵੀ ਨਿੰਦਿਆ ਹੁੰਦੀ ਹੈ, ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹ ਬੰਦਗੀ ਕਰਨ ਵਾਲਾ ਸੁਭਾਅ ਨਹੀਂ ਛੱਡਦੇ। ਜਿਵੇਂ ਕਬੀਰ ਸਾਹਿਬ ਦੇ ਬਚਨ ਨੇ, ਸੰਤ ਨਾ ਛਾੜੇ ਸੰਤਈ ਜੋ ਕੋਟਕ ਮਿਲਿਆ ਸੰਤ, ਮਲਿਆਗਰ ਭੰਗਮ ਬੇੜਿਓ ਤਾਂ ਸ਼ੀਤਲ ਦਾ ਨਾ ਤਜੰਤ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਮਹਾਰਾਜ ਕਹਿੰਦੇ ਭਗਤਾਂ ਦੇ ਨਿੰਦਕਾਂ ਦਾ ਮੂੰਹ ਕਾਲਾ ਹੁੰਦਾ ਹੈ। ਨਿੰਦਕ ਕਾ ਮੂੰਹ ਕਾਲਾ ਹੋਆ ਦੀਨ ਦੁਨੀਆ ਕੇ ਦਰਬਾਰ। ਹੁਣ ਜਿਹੜੇ ਨਿੰਦਾ ਕਰਨ ਵਾਲੇ ਭਗਤਾਂ ਦੀ ਕਹਿੰਦੇ ਰੱਬ ਵੱਲੋਂ ਮਾਰੇ ਹੋਏ ਨੇ, ਉਹਨਾਂ ਦੀ ਪੱਤ ਨਹੀਂ ਰਹਿੰਦੀ ਸੰਸਾਰ ਦੇ ਵਿੱਚ। ਨਿਰੰਕਾਰ ਦੇ ਘਰ ਵੀ ਉਹਨਾਂ ਨੂੰ ਮਾਨ ਨਹੀਂ ਮਿਲਦਾ, ਉਹ ਸਿੱਧੀ ਮੈਲ ਖਾ ਰਹੇ ਨੇ। ਪਰ ਨਿੰਦਾ ਪਰ ਮਲ ਮੁਖ ਸੁਧੀ, ਸਿੱਧੀ ਮੈਲ ਖਾਣ ਦੇ ਬਰਾਬਰ ਹੈ। ਤੇ ਭਗਤ ਰਵਿਦਾਸ ਜੀ ਦੇ ਬਚਨ ਨੇ, ਭਗਤ ਜੀ ਕਹਿੰਦੇ ਸਾਧ ਕਾ ਨਿੰਦਕ ਕੈਸੇ ਤਰੇ, ਸਰ ਪਰ ਜਾਨੋ ਨਰਕ ਹੀ ਪਰੇ। ਸਾਧੂ ਦੀ ਬੰਦਗੀ ਕਰਨ ਵਾਲੇ ਦੀ ਨਿੰਦਿਆ ਕਰਨ ਵਾਲਾ ਕਦੇ ਤਰ ਨਹੀਂ ਸਕਦਾ। ਨਿੰਦਾ ਭਲੀ ਕਿਸੇ ਕੀ ਨਾ ਹੀ ਮਨਮੁਖ ਮੁਗਧ ਕਰਨ। ਤੇ ਭਗਤ ਜੀ ਨੇ ਨਿੰਦਾ ਦੀ ਗੱਲ ਕਰਦਿਆਂ ਹੋਏ ਆਖਿਆ, ਕਹਿੰਦੇ ਐਸਾ ਮਨੁੱਖ ਜੇ ਉਹ ਗ੍ਰਹਿਣ ਕਰੇ ਕੁਲ ਖੇਤ। ਕੁਰੂਕਸ਼ੇਤਰ ਦੇ ਸਮੇਂ, ਸੂਰਜ ਗ੍ਰਹਿਣ ਦੇ ਸਮੇਂ ਅਗਰ ਉਹ ਕੁਰੂਕਸ਼ੇਤਰ ਜਾ ਕੇ ਇਸ਼ਨਾਨ ਕਰਕੇ ਆਵੇ, ਜੇ ਉਹ ਗ੍ਰਹਿਣ ਕਰੇ ਕੁਲ ਖੇਤ, ਅਰਪੇ ਨਾਰ ਸ਼ਿੰਗਾਰ ਸਮੇਤ। ਕਹਿੰਦੇ ਆਪਣੀ ਘਰ ਵਾਲੀ ਨੂੰ ਹਾਰ ਸ਼ਿੰਗਾਰ ਸਮੇਤ ਦਾਨ ਵਿੱਚ ਦੇ ਦੇਵੇ। ਸਗਲੀ ਸਿਮਰਤ ਸਰਵਣੀ ਸੁਣੈ, ਸਾਰੀਆਂ ਸਿਮਰਤੀਆਂ ਦਾ ਪਾਠ ਕੰਨਾਂ ਨਾਲ ਸੁਣ ਲਵੇ। ਘਰ ਵਾਲੀ ਨੂੰ ਗਹਿਣਿਆਂ ਸਮੇਤ ਦਾਨ ਕਰ ਦੇਵੇ। ਸੂਰਜ ਗ੍ਰਹਿਣ ਦੇ ਸਮੇਂ ਕੁਰੂਕਸ਼ੇਤਰ ਨਹਾ ਕੇ ਆਵੇ। ਇੰਨਾ ਕੁਝ ਕਰਨ ਵਾਲੇ ਜਿਹੜੇ ਲੋਕ ਨੇ, ਦੁਨੀਆ ਤੇ ਕਹੇਗੀ ਕਿ ਬਹੁਤ ਵੱਡੇ ਦਾਨੀ ਨੇ, ਪਰ ਭਗਤ ਜੀ ਕਹਿੰਦੇ ਕਰੈ ਨਿੰਦ ਕਵਣੇ ਨਹੀਂ ਗੁਣੇ। ਅਗਰ ਐਸੇ ਲੋਕ ਸਾਧੂ ਪੁਰਸ਼ਾਂ ਦੀ, ਸਤਪੁਰਸ਼ਾਂ ਦੀ ਨਿੰਦਿਆ ਕਰਦੇ ਨੇ ਤਾਂ ਇਹ ਸਾਰੇ ਧਰਮ ਕਰਮ बबली सिंह दा धार्मिक उपराला। भिखारी ते राज करावे राजा ते भिखारी, भिखारी ते राज करावे, भिखारी ते राज करावे, भिखारी ते। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਪ੍ਰੀਤ ਸਿੰਘ ਅੰਮ੍ਰਿਤਵਾਲਾ ਟਰਸਟ ਵੱਲੋਂ ਫਤਿਹ ਟੀਵੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਹੈ, ਕਿਉਂਕਿ ਇੱਕ ਐਸਾ ਚੈਨਲ ਹੈ ਜਿਹੜਾ 24 ਘੰਟੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦਾ ਹੈ। ਇਹ ਬੜਾ ਹੀ ਸ਼ਲਾਘਾਯੋਗ ਕੰਮ ਹੈ। ਅੱਜ ਇਹ ਫਤਿਹ ਟੀਵੀ ਚੈਨਲ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚ ਗਿਆ ਹੈ। ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਲੋਕਡਾਊਨ ਦਾ ਪੀਰੀਅਡ ਚਾਲੂ ਹੈ, ਇਸ ਚੈਨਲ ਰਾਹੀਂ दिन रात बाणी का आनंद मानो, लाभ उठाओ। और दास अपने वालों एक गल कहना चाहता है कि फतेह टीवी के चैनल की जी क्वालिटी है वो बड़ी प्यारी है, बाकी चैनल नालों बहुत ऊपर है। तो दास रिक्वेस्ट करके होर एक बार अपने वालों बधाई देना चाहता है। वाहिगुरू जी का खालसा, वाहिगुरू जी की फतेह। बबली सिंह दा धार्मिक उपराला। भिखारी ते राज करावे राजा ते भिखारी, भिखारी ते